ਈਟੀਟੀ ਟੈਂਟ ਪਾਸ ਅਧਿਆਪਕਾਂ ਦਾ ਸੰਘਰਸ਼ ਬੜੇ ਲੰਮੇ ਸਮੇਂ ਤੋਂ ਚੱਲਿਆ ਆ ਰਿਹਾ ਹੈ, ਜਿਸ ਦੇ ਚੱਲਦੇ ਹੋਏ ਈਟੀਟੀ ਟੈਂਟ ਪਾਸ ਦੇ 2 ਅਧਿਆਪਕ ਪਿਛਲੇ 60 ਦਿਨਾਂ ਤੋਂ 250 ਫੁੱਟ ਉੱਚੇ ਟਾਵਰ ਤੇ ਚੜੇ ਹੋਏ ਹਨ, ਜਿਨ੍ਹਾਂ ਦੇ ਹਾਲਾਤ ਇਸ ਵੇਲੇ ਬੇहद ਵਧੀਆ ਨਹੀਂ ਰਹੇ ਹਨ। ਅਜਿਹਾ ਕਹਿਣਾ ਹੈ ਈਟੀਟੀ ਟੈਂਟ ਪਾਸ ਅਧਿਆਪਕ ਯੂਨੀਅਨ ਦੇ ਪ੍ਰਧਾਨ ਦੀਪਕ ਕੰਬੋਜ ਦਾ। ਉਹਨਾਂ ਨੇ ਕਿਹਾ ਕਿ ਕੱਲ ਸਾਡੇ 2 ਸਾਥੀ ਉਹਨਾਂ 2 ਅਧਿਆਪਕਾਂ ਨੂੰ ਮਿਲਣ ਵਸੋਂ ਟਾਵਰ ਤੇ ਗਏ ਸਨ। ਹੁਣ ਉਹਨਾਂ ਦੇ ਸਰੀਰ ਵਿੱਚੋਂ ਬੇहद ਜ਼ਿਆਦਾ ਬਦਬੂ ਮਾਰ ਰਹੀ ਹੈ ਅਤੇ ਉਹਨਾਂ ਦੀ ਚਮੜੀ ਵੀ ਹੁਣ ਹੱਥ ਲਾਉਣ ਲਾਇਕ ਨਹੀਂ ਰਹੀ ਤੇ ਪੰਛੀ ਵੀ ਇਰਦ ਗਿਰਦ ਮੰਡਰਾਉਣ ਲੱਗ ਪਏ ਹਨ ਜਾਂ ਹੋਰ ਅਜਿਹੇ ਪੰਛੀ ਜੋ ਉਹਨਾਂ ਨੂੰ ਕਿਸੇ ਵੀ ਸਮੇਂ ਨੋਚ ਸਕਦੇ ਹਨ। ਉਹਨਾਂ ਨੇ ਇਸ ਨੂੰ ਲੈ ਕੇ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਤੇ ਇਸ ਦਰਮਿਆਨ ਉਹਨਾਂ ਨੇ ਕੀ ਦੱਸਿਆ, ਆਓ ਵੇਖਦੇ ਹਾਂ। ਸਭ ਤੋਂ ਪਹਿਲਾਂ ਅਸੀਂ ਪਟਿਆਲੇ ਦੇ ਪ੍ਰੈਸ ਮੀਡੀਆ ਸਾਡੇ ਛੋਟੇ ਜਿਹੇ ਸੱਦੇ ਤੇ ਕਹਿਣ ਤੇ ਅੱਜ ਸਾਡੀ ਆਵਾਜ਼ ਨੂੰ ਜਨਤਾ ਤੱਕ ਤੇ ਸਰਕਾਰ ਤੱਕ ਪਹੁੰਚਾਉਣ ਲਈ ਅੱਜ BSNL ਟਾਵਰ ਦੇ ਕੋਲ ਜਿੱਥੇ ਸਾਡੇ 2 ਸਾਥੀ ਚੜੇ ਹੋਏ ਨੇ ਉੱਥੇ ਪਹੁੰਚੇ। ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਤਾਂ ਅਸੀਂ ਦੱਸ ਦਈਏ ਕਿ ਅਸੀਂ ਬੇਰੁਜ਼ਗਾਰ ਈਟੀਟੀ ਟੈਟ ਪਾਸ ਅਧਿਆਪਕ ਜਥੇਬੰਦੀ ਵੱਲੋਂ ਮੈਂ ਦੀਪਕ ਕੰਬੋਜ ਸੂਬਾ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਸੰਦੀਪ ਸਾਮਾ, ਕੁਲਦੀਪ ਖੋਖਰ ਮਾਨਸਾ ਤੋਂ ਸਟੇਟ ਕਮੇਟੀ ਮੈਂਬਰ ਸਾਡੇ ਭੈਣ ਜੀ ਬੈਠੇ ਨੇ। ਔਰ ਇੱਥੇ ਅਸੀਂ ਇਹ ਦੱਸ ਦਈਏ ਕਿ ਅੱਜ ਅਸੀਂ ਕਾਲਾ ਦਿਨ ਜਿਹੜਾ ਉਹ ਮਨਾਉਣ ਜਾ ਰਹੇ ਹਾਂ ਕਿ 2 ਮਹੀਨੇ ਲਗਾਤਾਰ ਹੋ ਗਏ ਨੇ ਸਾਡੇ 2 ਸਾਥੀ ਜਿਹੜੇ ਉਹ ਟਾਵਰ ਦੇ ਉੱਪਰ 250 ਫੁੱਟ ਦੀ ਉਚਾਈ ਤੇ ਉਹ ਬੈਠੇ ਹੋਏ ਨੇ, ਪਰੰਤੂ ਸਰਕਾਰ ਵੱਲੋਂ ਜਿਹੜੀ ਹਜੇ ਤੱਕ ਵੀ ਉਹ ਸਾਰ ਨਹੀਂ ਲਈ ਜਾ ਰਹੀ। ਸੋ ਸੱਤਾ ਵਿੱਚ ਆਉਣ ਤੋਂ ਪਹਿਲਾਂ ਸਰਕਾਰ ਨੇ ਸਾਡੇ ਨਾਲ ਬਹੁਤ ਸਾਰੇ ਵਾਅਦੇ ਕਰੇ ਸੀਗੇ ਕਿ ਘਰ ਘਰ ਨੌਕਰੀ ਜਿਹੜੀ ਹੈ ਉਹ ਦਿੱਤੀ ਜਾਊਗੀ। ਸੋ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਅਸੀਂ ਇਹ ਪ੍ਰੈਸ ਕਾਨਫਰੰਸ ਜਿਹੜੀ ਉਹ ਬੁਲਾਈ ਹੈ ਕਿ ਸਰਕਾਰ ਤੱਕਣ ਤੇ ਜਨਤਾ ਤੱਕ ਜਿਹੜੀ ਉਹ ਆਵਾਜ਼ ਅਸੀਂ ਪਹੁੰਚਾਈਏ ਕਿ ਕੀ ਸੱਚਾਈ ਹੈ, ਕੀ ਲੋੜ ਪੈਗੀ ਕਿ ਜਿਹੜੇ 2 ਸਾਥੀ ਟਾਵਰ ਤੇ ਬੈਠੇ ਹੋਏ ਨੇ ਅੱਜ 60 ਦਿਨਾਂ ਤੋਂ। ਸੋ ਸਰਕਾਰ ਸੱਤਾ ਵਿੱਚ ਆਉਣ ਤੋਂ ਪਹਿਲਾਂ ਉਹਨਾਂ ਨੇ ਘਰ ਘਰ ਨੌਕਰੀ ਦਾ ਵਾਅਦਾ ਕੀਤਾ, ਫਿਰ ਉਹਨਾਂ ਨੇ 2500 ਬੇਰੁਜ਼ਗਾਰੀ ਭੱਤੇ ਦਾ ਵਾਅਦਾ ਕੀਤਾ, ਤਾਂ ਨਾਲ ਦੀ ਨਾਲ ਉਹਨਾਂ ਨੇ ਨਸ਼ਾ ਮੁਕਤ ਪੰਜਾਬ ਦਾ ਜਿਹੜਾ ਉਹਨਾਂ ਨੇ ਚੋਣ ਮੈਨੀਫੈਸਟੋ ਦੇ ਵਿੱਚ ਵਾਅਦਾ ਕੀਤਾ। ਕਿਸਾਨੀ ਕਰਜ਼ੇ ਤੇ ਜਿਹੜੀ ਹੈ ਉਹਨਾਂ ਨੇ ਗੱਲਬਾਤ ਕੀਤੀ, ਆੜ੍ਹਤੀਆਂ ਤੋਂ ਲੈ ਕੇ ਜਿਹੜੇ ਬੈਂਕਾਂ ਤੱਕ ਦਾ ਕਰਜ਼ਾ ਮਾਫ ਕਰਨ ਦੀ ਉਹਨਾਂ ਨੇ ਗੱਲ ਕੀਤੀ, ਬਿਜਲੀ ਦੀ ਘੱਟ ਰੇਟ ਤੇ ਜਿਹੜੀ ਹੈ ਉਹ ਦਿੱਤੀ ਜਾਊਗੀ ਉਸ ਮੁੱਦੇ ਤੇ ਗੱਲ ਕੀਤੀ। ਤਾਂ ਹਜੇ ਤੱਕ ਕੋਈ ਵੀ ਇਸ ਤਰ੍ਹਾਂ ਦਾ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਸੀ ਕਿ ਚੋਣ ਮੈਨੀਫੈਸਟੋ ਦੇ ਵਿੱਚ ਕੋਈ ਵੀ ਜਿਹੜਾ ਉਹ ਖਰੇ ਆਪਦੀ ਜ਼ੁਬਾਨ ਤੋਂ ਜਿਹੜੇ ਉਹ ਨਹੀਂ ਉਤਰੇ। ਕੋਈ ਵੀ ਜਿਹੜੀ ਮੰਗ ਹੈ ਜਿਹੜੀ ਚੋਣ ਮੈਨੀਫੈਸਟੋ ਦੇ ਵਿੱਚ ਲੋਕਾਂ ਨੂੰ ਇਹਨਾਂ ਨੇ ਗੁੰਮਰਾਹ ਕਰਕੇ ਜਿਹੜੀ ਇਹਨਾਂ ਨੇ ਲਿਖੀਆਂ ਸੀਗੀਆਂ ਉਹਦੇ 'ਚ ਕੋਈ ਵੀ ਲੋਕਾਂ ਦੀ ਮੰਗ ਜਿਹੜੀ ਉਹ ਪੂਰੀ ਨਹੀਂ ਕੀਤੀ ਗਈ। ਸੋ ਅਸੀਂ ਮੇਨ ਗੱਲਾਂ ਜਿਹੜੀਆਂ ਉਹ ਦੱਸ ਦਈਏ ਤੁਹਾਨੂੰ ਕਿ ਜਿੰਦੇ ਵਿੱਚ ਸਰਕਾਰ ਨੇ ਰੁਜ਼ਗਾਰ ਮੇਲੇ ਪਿੱਛੇ ਲਗਾਏ ਸੀਗੇ ਪਿਛਲੇ ਸਾਲ। ਉਸ ਰੁਜ਼ਗਾਰ ਮੇਲੇ ਨੂੰ ਇੱਕ ਝੂਠਾ ਜਿਹੜਾ ਨੌਜਵਾਨ ਪੜ੍ਹੀ ਲਿਖੀ ਹੋਈ ਜਨਤਾ ਦੇ ਨਾਲ ਇਹਨਾਂ ਨੇ ਇੱਕ ਮਜ਼ਾਕ ਕੀਤਾ ਸੀਗਾ ਕਿ ਜੋਮੈਟੋ ਵਰਗੀਆਂ ਕੰਪਨੀਆਂ ਦੇ ਵਿੱਚ 5-5 ਹਜ਼ਾਰ ਤੇ ਉਹ ਰੁਜ਼ਗਾਰ ਦੇ ਕੇ ਤਾਂ ਪੜ੍ਹੇ ਲਿਖੇ ਹੋਏ ਨੌਜਵਾਨ ਨਾਲ ਜਿਹੜਾ ਇਹਨਾਂ ਨੇ ਇੱਕ ਭੱਦਾ ਜਿਹੜਾ ਉਹ ਮਜ਼ਾਕ ਕੀਤਾ ਪੰਜਾਬ ਸਰਕਾਰ ਨੇ। ਇਹ ਜਦੋਂ ਰੁਜ਼ਗਾਰ ਮੇਲੇ ਲਗਾਉਂਦੇ ਸੀਗੇ ਤਾਂ ਸਾਡੇ ਸਾਥੀ ਆਪਣੀਆਂ ਡਿਗਰੀਆਂ ਲੈ ਕੇ ਜਦੋਂ ਰੁਜ਼ਗਾਰ ਮੇਲੇ ਵਿੱਚ ਜਾਂਦੇ ਸਨ ਕਿ ਅਸੀਂ ਸਰਕਾਰ ਵੱਲੋਂ ਲਾਈਆਂ ਹੋਈਆਂ ਕੰਡੀਸ਼ਨਾਂ ਜਿਹੜੀਆਂ ਉਹ ਅਸੀਂ ਬਿਲਕੁਲ ਜਿਹੜੀ ਉਹ ਕਲੀਅਰ ਕਰ ਚੁੱਕੇ ਹਾਂ, ਤਾਂ ਸਾਨੂੰ ਜਿਹੜਾ ਹੈ ਰੁਜ਼ਗਾਰ ਜਿਹੜਾ ਹੈ ਉਹ ਦਿੱਤਾ ਜਾਵੇ। ਪਰੰਤੂ ਉੱਥੇ ਜੋ ਵੀ ਅਧਿਕਾਰੀ ਬੈਠੇ ਹੋਏ ਸਨ ਸਰਕਾਰ ਦੇ ਵੱਲੋਂ ਉਹ ਕਹਿ ਰਹੇ ਸੀ ਕਿ ਅਸੀਂ ਜਿਹੜਾ ਸਰਕਾਰੀ ਹੈ ਪੱਕਾ ਰੁਜ਼ਗਾਰ ਅਸੀਂ ਤੁਹਾਨੂੰ ਨਹੀਂ ਦੇ ਸਕਦੇ, ਜਦ ਕਿ ਸਰਕਾਰ ਵੱਲੋਂ ਲਾਈਆਂ ਹੋਈਆਂ ਕੰਡੀਸ਼ਨਾਂ ਜਿਹੜੀਆਂ ਉਹਨਾਂ ਨੂੰ ਜਿਹੜੀਆਂ ਕਲੀਅਰ ਕਰਨ ਦੇ ਬਾਵਜੂਦ ਵੀ ਤਾਂ ਰੁਜ਼ਗਾਰ ਨਹੀਂ ਮਿਲ ਸਕਦਾ, ਤਾਂ ਉਹ ਰੁਜ਼ਗਾਰ ਮੇਲਾ ਕਿਸ ਕੰਮ ਦਾ। ਸੋ ਸਾਡਾ ਕਹਿਣ ਦਾ ਭਾਵ ਇਹ ਹੈ ਕਿ ਅਸੀਂ ਜਦੋਂ ਸੱਤਾ ਵਿੱਚ ਆਈ ਸਰਕਾਰ ਤਾਂ 161 ਅਸਾਮੀਆਂ ਦਾ ਜਿਹੜਾ ਇੱਕ ਬੈਕਲੌਗ ਸੀਗਾ ਉਹ ਬੇਰੁਜ਼ਗਾਰ ਜਿਹੜੇ ਹੈਂਡੀਕੈਪ ਤੇ ਫਰੀडम ਫਾਈਟਰ ਸੀਗਾ ਉਹਨਾਂ ਨੂੰ ਪਹਿਲਾਂ +2 ਬੇਸ ਤੇ ਅਪਲਾਈ ਕਰਵਾਇਆ ਗਿਆ। ਈਟੀਟੀ ਦਾ ਉਹਨਾਂ ਨੇ ਕੋਰਸ ਕਰਿਆ ਹੋਇਆ ਸੀਗਾ, ਪਰੰਤੂ ਉਹਨਾਂ ਨਾਲ ਜਿਹੜਾ ਉਹ ਧੋਖਾ ਕੀਤਾ ਗਿਆ। ਪਹਿਲਾਂ ਉਹਨਾਂ ਕੋਲੋਂ 1000 ਰੁਪਈਆ ਜਿਹੜਾ ਉਹ ਫੀਸ ਵਸੂਲ ਕੇ ਤਾਂ ਸਰਕਾਰ ਨੇ ਉਹਨਾਂ ਨੂੰ ਅਪਲਾਈ ਕਰਵਾ ਲਿਆ। ਜਦੋਂ ਉਹਨਾਂ ਦੇ ਲਿਸਟਾਂ ਪਾਉਣੀਆਂ ਸੀਗੀਆਂ ਤਾਂ ਉਹਨਾਂ ਦੇ ਉੱਪਰ ਜਿਹੜੀ ਉਹ ਗ੍ਰੈਜੂਏਸ਼ਨ ਜਿਹੜੀ ਉਹ ਲਾਗੂ ਕਰ ਦਿੱਤੀ ਗਈ। ਸੋ ਗ੍ਰੈਜੂਏਸ਼ਨ ਲਾਗੂ ਕਰਨ ਦੇ ਨਾਲ ਜਿਹੜੇ +2 ਵਾਲੇ ਸਾਥੀ ਸਨ ਉਹ ਰੁਜ਼ਗਾਰ ਤੋਂ ਜਿਹੜੇ ਆ ਉਹ ਬਾਹਰ ਹੋ ਗਏ। ਸੋ ਇਸ ਲਈ ਅਸੀਂ ਫਿਰ ਲਗਾਤਾਰ ਸੰਗਰੂਰ ਦੇ ਵਿੱਚ 7 ਮਹੀਨੇ ਧਰਨਾ ਚਲਾਇਆ ਸੁਨਾਮੀ ਗੇਟ ਦੇ ਕੋਲ, ਜਿੱਥੇ 91 ਦਿਨ ਸਾਡੇ ਹੈਂਡੀਕੈਪ ਫਰੀडम ਫਾਈਟਰ ਜਿਹੜੇ ਸਾਥੀ ਸਨ, 5 ਸਾਥੀ ਜਿਨ੍ਹਾਂ 'ਚੋਂ 3 ਭੈਣਾਂ ਤੇ 2 ਵੀਰ 91 ਦਿਨ ਜਿਹੜਾ ਉਹ ਟੈਂਕੀ ਦੇ ਉੱਪਰ ਜਿਹੜਾ ਲਗਾਤਾਰ ਬੈਠੇ ਰਹੇ। ਸਮੇਂ-ਸਮੇਂ 'ਤੇ ਅਸੀਂ
ਸਿੱਖਿਆ ਮੰਤਰੀ ਦਾ ਕੋਠੀ ਦਾ ਘਿਰਾਓ ਵੀ ਕਰਿਆ। ਜਿਸ ਸਮੇਂ ਸਾਡੇ ਉੱਪਰ ਲਾਠੀਆਂ ਬਰਸਾਈਆਂ ਗਈਆਂ, ਅਥਰੂ ਗੈਸ ਵੀ ਸੁੱਟੇ ਗਏ। ਹੋਰ ਤਾਂ ਕੀ ਦੱਸੀਏ ਕਿ ਜਿਸ ਸਮੇਂ ਬਰਨਾਲੇ ਦੇ ਵਿੱਚ ਮੰਤਰੀ ਸਾਹਿਬ ਇੱਕ ਪ੍ਰੋਗਰਾਮ ਕਰ ਰਹੇ ਸੀਗੇ ਤਾਂ ਉਹਨਾਂ ਨਾਲ ਮੀਟਿੰਗ ਕਰਨ ਲਈ ਗਏ ਤਾਂ ਮੰਤਰੀ ਸਾਹਿਬ ਵੱਲੋਂ ਸਾਨੂੰ ਇੱਕ ਐਸੀ ਭੱਦੀ ਸ਼ਬਦਾਵਲੀ ਬੋਲੀ ਗਈ ਕਿ ਜਿਹੜੀ ਆਪਾਂ ਜ਼ੁਬਾਨ ਤੋਂ ਜਿਹੜੀ ਕਿ ਉਹ ਬਿਆਨ ਨਹੀਂ ਕਰ ਸਕਦੇ। ਸੋ ਉਸ 'ਤੇ ਸਾਰੇ ਹੀ ਲੀਡਰਾਂ ਨੇ ਵੀ, ਪੋਲੀਟੀਕਲ ਵੀ ਅਤੇ ਜਥੇਬੰਦੀਆਂ ਨੇ ਵੀ ਜਿਹੜੀ ਹੈ ਉਹ ਸ਼ਬਦਾਵਲੀ ਤੇ ਜਿਹੜੀ ਉਹ ਟਿੱਪਣੀ ਕੀਤੀ ਤਾਂ ਜਾ ਕੇ ਸਾਡੀ ਜਿਹੜੀ ਉਹ ਸਾਡੇ ਉੱਪਰ ਕੰਡੀਸ਼ਨ ਲਾਗੂ ਕੀਤੀ ਹੋਈ ਸੀ BA ਦੀ, ਉਸ ਨੂੰ ਰੱਦ ਕੀਤਾ ਗਿਆ। ਰੱਦ ਨਹੀਂ ਕੀਤਾ ਗਿਆ ਜਦ ਕਿ ਉਹ ਹਜੇ ਵੀ ਨਾਲ ਲਾਗੂ ਹੈ। ਸਾਨੂੰ ਇੱਕ ਜਿਹੜਾ ਉਹ 4 ਸਾਲਾਂ ਦਾ ਸਮਾਂ ਦਿੱਤਾ ਗਿਆ ਜਿਸਦੇ ਵਿੱਚ ਤੁਸੀਂ ਵੀ ਗ੍ਰੈਜੂਏਸ਼ਨ ਕਰ ਸਕਦੇ ਹੋ, ਪਰੰਤੂ ਸਾਡੇ ਜਿਹੜੇ +2 ਵਾਲੇ ਸੀਗੇ ਸਾਥੀ ਉਹਨਾਂ ਨੂੰ ਭਰਤੀ ਦੇ ਵਿੱਚ ਜਿਹੜਾ ਉਹ ਕੰਸੀਡਰ ਕੀਤਾ ਗਿਆ। ਜਦੋਂ ਸਾਡੇ ਉੱਪਰ ਨਵੀਆਂ ਕੰਡੀਸ਼ਨਾਂ ਲਾਗੂ ਕੀਤੀਆਂ ਜਾਂਦੀਆਂ ਨੇ ਕਿ ਅਸੀਂ ਰੁਜ਼ਗਾਰ ਲੈਣ ਤੋਂ ਜਿਹੜਾ ਕਿ ਉਹ ਬਾਹਰ ਹੋ ਜਾਈਏ। ਸੋ ਇੱਕ ਕੰਡੀਸ਼ਨ ਜਿਹੜੀ ਹੈ ਉਹ ਸਾਡੇ ਤੋਂ ਹਟਾਈ, +2 ਵਾਲਿਆਂ ਨੂੰ ਕੰਸੀਡਰ ਕਰਵਾਇਆ, ਪਰੰਤੂ ਸਾਡੇ ਉੱਪਰ ਹੋਰ ਕੰਡੀਸ਼ਨਾਂ ਜਿਹੜੀਆਂ ਉਹ ਲਾਗੂ ਕਰ ਦਿੱਤੀਆਂ ਗਈਆਂ। ਜਦ ਕਿ ETT ਜਿਹੜੀ ਕੋਰਸ ਹੈ 2 ਸਾਲਾਂ ਦਾ ਉਹ ਡੇਟਾਂ ਦੇ ਵਿੱਚ ਕਰਵਾਇਆ ਜਾਂਦਾ ਹੈ। ਇੱਕ ਹੀ ਟੈਸਟ ਜਿਹੜਾ ਉਹ ਲਿਆ ਜਾਂਦਾ ਜਿਹੜਾ 150 ਨੰਬਰ ਦਾ TET ਟੀਚਰ ਐਲੀਜੀਬਿਲਟੀ ਟੈਸਟ, ਜਿਸ ਤੇ ਪਾਸ ਕਰਨ ਦੇ ਬਾਅਦ ਜਿੰਦੀ ਮੈਰਿਟ ਬਣਾਈ ਜਾਂਦੀ ਸੀਗੀ ਉਸ ਦੇ ਆਧਾਰ ਤੇ ਜਿਹੜਾ ਸਕੂਲਾਂ ਦੇ ਵਿੱਚ ਜਿਹੜੇ ਉਹ ਟੀਚਰ ਨੂੰ ਜੁਆਇਨ ਕਰਵਾਇਆ ਜਾਂਦਾ ਸੀਗਾ। ਪਰੰਤੂ ਸਾਡੇ ਉੱਪਰ ਹੋਰ ਨਵੀਆਂ ਕੰਡੀਸ਼ਨਾਂ ਜਿਹੜੀਆਂ ਉਹ ਲਾਗੂ ਕਰ ਦਿੱਤੀਆਂ ਗਈਆਂ ਜਦ ਕਿ ਸਾਡੇ ਉੱਪਰ ਉਹ ਸੈਂਕਿੰਡ ਟੈਸਟ ਜਿਹੜਾ ਉਹ ਲਾਗੂ ਨਹੀਂ ਹੁੰਦਾ, ਜਦ ਕਿ ਉਹ ਮਾਸਟਰ ਕੇਡਰ ਵਾਲੀ B.Ed ਪੋਸਟ ਤੇ ਜਿਹੜਾ ਉਹ ਲਾਗੂ ਹੁੰਦਾ ਸੀਗਾ। ਸਾਡੇ ਉੱਪਰ ਜਿਹੜਾ ਇੱਕ ਸਕਰੀਨਿੰਗ ਟੈਸਟ ਜਿਹੜਾ ਉਹ ਲਾਗੂ ਕਰ ਦਿੱਤਾ ਗਿਆ। ਸੋ ਉਸ ਤੋਂ ਬਾਅਦ ਸਾਨੂੰ ਮਜਬੂਰਨ ਸੈਂਕਿੰਡ ਟੈਸਟ ਨੂੰ ਰੱਦ ਕਰਵਾਉਣ ਦੇ ਲਈ ਮੋਤੀ ਮਹਿਲ ਦਾ ਪਟਿਆਲੇ ਦੇ ਵਿੱਚ ਜਿਸ CM ਸਾਹਿਬ ਨੇ ਸਾਡੇ ਨਾਲ ਵਾਅਦੇ ਕੀਤੇ ਸੀਗੇ ਕਿ ਘਰ ਨੌਕਰੀ ਦੇ ਜਿਹੜੇ ਹੈ ਉਹ ਤੁਹਾਨੂੰ ਰੁਜ਼ਗਾਰ ਦਿੱਤਾ ਜਾਊਗਾ, ਮੋਤੀ ਮਹਿਲ ਦਾ ਘਿਰਾਓ ਕਰਨ ਦੇ ਬਾਵਜੂਦ ਸਾਡੇ ਉੱਪਰ ਜਿਹੜਾ ਅੰਨ੍ਹੇਵਾਹ ਲਾਠੀ ਚਾਰਜ ਜਿਹੜਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੀਤਾ ਗਿਆ। 3 ਵਾਰ ਲਗਾਤਾਰ YPS ਚੌਂਕ ਤੇ ਲਾਠੀ ਕਰਨ ਚਾਰਜ ਹੋਣ ਤੋਂ ਬਾਅਦ ਸਾਡੇ ਸਾਥੀ ਭਾਵੁਕ ਹੋ ਕੇ ਲਾਠੀਆਂ ਤੋਂ ਬਚਦੇ ਹੋਏ ਜਿਹੜੇ ਪਸਿਆਣਾ ਨਹਿਰ ਦੇ ਉੱਪਰ ਜਾ ਕੇ 2 ਸਾਥੀਆਂ ਨੇ ਜਿਹੜਾ ਉਹ ਭਾਵੁਕ ਹੋ ਕੇ ਨਹਿਰ ਦੇ ਵਿੱਚ ਜਿਹੜੀ ਉਹ ਛਾਲਾਂ ਮਾਰ ਦਿੱਤੀਆਂ। ਸੋ ਉਸ ਸਮੇਂ ਸਾਨੂੰ ਜਿਹੜਾ ਆਪਣੇ ਮੁੱਖ ਪ੍ਰਮੁੱਖ ਸਕੱਤਰ ਜੀ ਸੁਰੇਸ਼ ਕੁਮਾਰ ਜੀ ਨਾਲ 12 ਮਾਰਚ ਦਾ ਜਿਹੜਾ ਸਾਨੂੰ ਸਮਾਂ ਦਿੱਤਾ ਗਿਆ ਸੀਗਾ ਮੀਟਿੰਗ ਦਾ। ਤਾਂ ਉਸ ਮੀਟਿੰਗ ਦੇ ਵਿੱਚ ਸਾਨੂੰ ਪ੍ਰਮੁੱਖ ਸਕੱਤਰ ਜੀ ਵੱਲੋਂ ਇੱਕ ਵਿਸ਼ਵਾਸ ਦਿਵਾਇਆ ਗਿਆ ਸੀਗਾ ਕਿ 16 ਮਾਰਚ ਨੂੰ 2020 ਨੂੰ ਕਿ 3 ਸਾਲ ਜਿਹੜੇ ਆ ਕਾਂਗਰਸ ਸਰਕਾਰ ਨੂੰ ਸੱਤਾ ਵਿੱਚ ਆਈ ਨੂੰ ਹੋ ਜਾਣਗੇ ਤਾਂ ਤੁਹਾਨੂੰ ਮੁੱਖ ਮੰਤਰੀ ਸਾਹਿਬ ਲਾਈਵ ਹੋ ਕੇ ਜਿਹੜਾ ਉਹ ਤੁਹਾਨੂੰ ਅਨਾਉਂਸ ਕਰਨਗੇ ਕਿ ਤੁਹਾਨੂੰ ਨਵੀਆਂ ਪੋਸਟਾਂ ਕਿੰਨੀਆਂ ਦਿੱਤੀਆਂ ਜਾਣਗੀਆਂ। ਸੋ ਉਸ ਸਮੇਂ ਜਦੋਂ ਅਸੀਂ ਲਾਈਵ ਦੇਖ ਰਹੇ ਸੀਗੇ ਕਿ ਸਾਡੇ ਮੁੱਖ ਮੰਤਰੀ ਸਾਹਿਬ ਇਹ ਕਹਿ ਰਹੇ ਨੇ, ਪੱਤਰਕਾਰ ਸਾਹਿਬ ਨੇ ਜਦੋਂ ਸਵਾਲ ਕੀਤਾ ਕਿ ਤੁਸੀਂ ETT ਵਾਲਿਆਂ ਦਾ ਕੀ ਕੀਤਾ ਜਿਨ੍ਹਾਂ ਨੇ ਨਹਿਰਾਂ ਦੇ ਵਿੱਚ ਛਾਲਾਂ ਮਾਰੀਆਂ ਸੀਗੀਆਂ ਆਪਦੇ ਰੁਜ਼ਗਾਰ ਦੇ ਲਈ, ਤਾਂ ਸਾਡੇ ਮੁੱਖ ਮੰਤਰੀ ਸਾਹਿਬ ਇਹ ਕਹਿ ਰਹੇ ਨੇ ਕਿ ਸਾਨੂੰ ਧਰਨੇ ਮੁਜ਼ਾਹਰੇ ਲਾਉਣ ਨਾਲ ਕੋਈ ਫਰਕ ਨਹੀਂ ਪੈਂਦਾ। ਸੋ ਇੱਥੋਂ ਪਤਾ ਚੱਲਦਾ ਹੈ ਕਿ ਸਾਡੇ ਮੁੱਖ ਮੰਤਰੀ ਜਨਤਾ ਦੇ ਵਾਸਤੇ, ਨੌਜਵਾਨਾਂ ਦੇ ਵਾਸਤੇ ਕਿੰਨਾ ਕੁ ਸੀਰੀਅਸਲੀ ਜਿਹੜਾ ਉਹ ਕੰਮ ਕਰ ਰਹੇ ਨੇ। ਸੋ ਅਸੀਂ ਇਸ ਸ਼ਬਦਾਵਲੀ ਦੀ ਨਿੰਦਿਆ ਕਰਦੇ ਹਾਂ ਕਿਉਂਕਿ ਰੁਜ਼ਗਾਰ ਦੇ ਵਾਅਦੇ ਕੀਤੇ ਹੋਏ ਸੀਗੇ ਸਾਡੇ CM ਸਾਹਿਬ ਨੇ, ਤਾਂ ਅੱਜ ਉਹ ਕਹਿ ਰਹੇ ਨੇ ਕਿ ਅਸੀਂ ਧਰਨੇ ਜਾਂ ਮੁਜ਼ਾਹਰਿਆਂ ਦੇ ਨਾਲ ਜਿਹੜੀ ਹੈ ਉਹ ਸਾਨੂੰ ਕੋਈ ਕਿਸੇ ਗੱਲ ਦਾ ਫਰਕ ਨਹੀਂ ਪੈਂਦਾ। ਸੋ ਕਰੋਨਾ ਕਾਲ ਚੱਲਦੇ ਸਮੇਂ ਸਾਨੂੰ ਇੱਕ ਵਾਰ ਸੰਗਰੂਰ ਤੋਂ ਜਿਹੜਾ ਧਰਨਾ ਮੁਲਤਵੀ ਕਰਨਾ ਪੈ ਗਿਆ। ਜਿਸ ਸਮੇਂ 1664 ਪੋਸਟਾਂ ਸਾਨੂੰ ਜਿਹੜੀਆਂ ਮਿਲੀਆਂ ਸੀਗੀਆਂ, ਉਸ ਤੋਂ ਬਾਅਦ 700 ਪੋਸਟ ਦਾ ਜਿਹੜਾ ਕਿ ਕਰੋਨਾ ਕਾਲ ਦੇ ਵਿੱਚ ਵਾਅਦਾ ਕੀਤਾ ਗਿਆ ਸੀਗਾ। ਟੋਟਲੀ ਜਿਹੜੀ ਹੈ 2364 ਪੋਸਟ ਜਿਹੜੀ ਹੈ ਉਹ ਸਾਨੂੰ 4 ਸਾਲਾਂ ਬਾਅਦ ਜਿਹੜੀ ਹੈ ਪੰਜਾਬ ਸਰਕਾਰ ਦੇ ਵੱਲੋਂ ETT ਬੇਰੁਜ਼ਗਾਰਾਂ ਨੂੰ ਦਿੱਤੀ ਗਈ। ਪਰੰਤੂ 2364 ਪੋਸਟਾਂ ਦੇਣ ਤੋਂ ਬਾਅਦ ਸਾਡੇ ਉੱਪਰ ਹੋਰ ਕੰਡੀਸ਼ਨਾਂ ਜਿਹੜੀਆਂ ਲਾਗੂ ਹੋਈਆਂ ਸਨ, ਉਸ ਕੰਡੀਸ਼ਨਾਂ ਦੇ ਨਾਲ ਅਸੀਂ ਜੋ ਸਾਡੇ ਉੱਪਰ ਇੱਕ ਸਕਰੀਨਿੰਗ ਟੈਸਟ ਜਿਹੜਾ 100 ਨੰਬਰ ਦਾ ਸੀਗਾ ਉਹ ਵੀ ਅਸੀਂ ਜਿਹੜਾ ਉਹ ਦੇ ਦਿੱਤਾ ਗਿਆ ਸੀਗਾ। ਸੋ ਅਸੀਂ ਇਹ ਦੱਸ ਦਈਏ ਕਿ ਸਰਕਾਰ ਨੇ ਜਿਹੜੀ ਹੈ 6 ਮਾਰਚ ਨੂੰ ਜਿਹੜੇ ਨੋਟੀਫਿਕੇਸ਼ਨ ਜਿਹੜਾ ਜਾਰੀ ਕੀਤਾ ਸੀਗਾ, ਉਸ ਤੋਂ ਬਾਅਦ ਜਿਹੜਾ ਇੱਕ ਇਹਨਾਂ ਨੇ ਸੋਧ ਕੀਤੀ ਸੀਗੀ ਕਿ 2364 ਪੋਸਟਾਂ ਦੇ ਵਿੱਚ ਜਿਹੜੇ ਕੱਚੇ ਮੁਲਾਜ਼ਮ ਨੇ ਜਿੰਦੇ ਵਿੱਚ ਐਜੂਕੇਸ਼ਨ ਪ੍ਰੋਵਾਈਡਰ EGS ਹੋਰ ਵਲੰਟੀਅਰ ਜਿਹੜੇ ਹੈਗੇ ਆ ਉਹਨਾਂ ਨੂੰ ਇਹ ਇੱਕ 100 ਨੰਬਰ ਦਾ ਟੈਸਟ ਦੇ ਕੇ ਇੱਕ ਐਕਸਟਰਾ ਜਿਹੜੇ ਹੈ ਵਾਧੂ ਅੰਕ ਜਿਹੜੇ ਐਕਸਪੀਰੀਅੰਸ ਦੇ 10 ਨੰਬਰ ਜਿਹੜੇ ਹੈ ਉਹਨਾਂ ਨੂੰ ਦੇ ਦਿੱਤੇ ਗਏ। ਜਦ ਕਿ ਇੱਕ ਐਜੂਕੇਸ਼ਨ ਪ੍ਰੋਵਾਈਡਰ ਜਿਨ੍ਹਾਂ ਨੂੰ
23/8/2010 ਤੋਂ ਪਹਿਲਾਂ ਜਿਨ੍ਹਾਂ ਨੇ ਸਕੂਲਾਂ ਦੇ ਵਿੱਚ ਜੁਆਇਨ ਕੀਤਾ ਹੋਇਆ ਸੀਗਾ ਉਹਨਾਂ ਨੂੰ ਟੈਟ ਤੋਂ ਵੀ ਛੋਟ ਦਿੱਤੀ ਗਈ, ਜਦ ਕਿ ਸਰਕਾਰ ਦੇ ਵੱਲੋਂ 2010 ਤੋਂ ਇਹ ਰੂਲ ਜਿਹੜੇ ਅਮੈਂਡ ਹੋਏ ਸੀ ਕਿ ਜਿੰਨੀ ਦੇਰ ਤੱਕ ਜਿਹੜਾ TET ਟੈਟ ਟੀਚਰ ਐਲੀਜੀਬਿਲਟੀ ਟੈਸਟ ਹੈ ਜਿੰਨੀ ਦੇਰ ਤੱਕ ਉਹ ਕਲੀਅਰ ਨਹੀਂ ਹੁੰਦਾ ਉਦੋਂ ਉਨੀ ਦੇਰ ਤੱਕ ਜਿਹੜੀ ਹੈ ਸਰਕਾਰੀ ਜੌਬ ਜਿਹੜਾ ਅਧਿਆਪਕ ਜਿਹੜਾ ਰੈਗੂਲਰ ਜਿਹੜਾ ਉਹ ਨਹੀਂ ਹੋ ਸਕਦਾ। ਸੋ ਉਹਨਾਂ ਨੂੰ ਟੈਟ ਤੋਂ ਵੀ ਜਿਹੜੀ ਹੈ ਛੋਟ ਦੇ ਦਿੱਤੀ ਗਈ ਤਾਂ 10 ਨੰਬਰ ਜਿਹੜੇ ਹੈ ਐਕਸਟਰਾ ਵੀ ਜਿਹੜੇ ਉਹ ਦੇ ਦਿੱਤੇ ਗਏ। ਸੋ ਉਸ ਤੋਂ ਬਾਅਦ ਜਦੋਂ PTN ਨਿਊਜ਼ ਦੇ ਲਈ ਪਟਿਆਲਾ ਤੋਂ PS ਬੇਦੀ ਦੀ ਰਿਪੋਰਟ।